ਵਾਹਿਗੁਰੂ ਜੀ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕਲੀਨ ਹੇਤ ਨਿਰਬਾਣੀ। ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰਨ ਆਣੀ। ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਬਿਹਾਣੀ। ਗੁਰ ਉਪਦੇਸ ਨਾ ਵਿਸਰੈ ਬਾਬੀ ਹੈ ਜਿਉ ਆਖ ਬਖਾਣੀ। ਗੁਰਮੁਖਾ ਸੁਖ ਪਲ ਪਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰ ਅਰਜਨ ਬਿਟੋਂ ਕੁਰਬਾਨੀ। ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਿਓ ਭਾਰ। ਪਨ ਮਥਰਾ ਕਿਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸੋਮਵਾਰ ਲੰਘਿਆ ਹੈ 14 ਤਰੀਕ ਨੂੰ, ਉਹਨਾਂ ਦੇ ਸੰਬੰਧ ਵਿੱਚ ਆਪਾਂ ਗੁਰਮਤਿ ਵਿਚਾਰਾਂ ਪਿਛਲੇ ਸਮੇਂ ਤੋਂ ਕਰ ਰਹੇ ਹਾਂ ਔਰ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਇਹ ਜਿਹੜਾ ਸ਼ਹੀਦੀ ਹੁੰਦੀ ਆ ਤੇ ਕੌਣ ਕੌਣ ਦੋਸ਼ੀ ਆ ਤੇ ਕਿਹੜਿਆਂ ਕਿਹੜਿਆਂ ਕਾਰਨਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੋਈ ਆ, ਉੱਤੇ ਆਪਾਂ ਵਿਚਾਰ ਕਰ ਚੁੱਕੇ ਹਾਂ। ਤੇ ਕਈ ਕਾਰਨ ਸਾਡੇ ਇਤਿਹਾਸਕਾਰ ਸ਼ਹੀਦੀ ਦੇ ਦੱਸਦੇ ਨੇ, ਪਰ ਮੇਨ ਕਾਰਨ ਜਿਹੜਾ ਉਹ ਇਹ ਹੈ ਕਿ ਜਿਹੜਾ ਧਰਮ ਹੈ, ਇੱਕ ਧਰਮ ਦੂਸਰੇ ਧਰਮ ਦੇ ਨਾਲ ਈਰਖਾ ਕਰਦਾ ਹੈ। ਜਿਹੜੇ ਲੋਕ ਧਰਮੀ ਹੁੰਦੇ ਨਹੀਂ, ਅਖੌਤੀ ਧਰਮੀ ਹੁੰਦੇ ਨੇ, ਜਿਹੜੇ ਜਿਨ੍ਹਾਂ ਦਾ ਧਰਮ ਕੇਵਲ ਬਾਹਰ ਤੱਕ ਹੀ ਸੀਮਿਤ ਹੁੰਦਾ, ਡੰਡਿਆਂ ਝੰਡਿਆਂ ਤੇ ਕੱਪੜਿਆਂ ਤੱਕ, ਉਹਨੂੰ ਭਾਈ ਗੁਰਦਾਸ ਜੀ ਹੁਣਾਂ ਲਿਖਿਆ ਖੈ ਮਰਦੇ ਬਾਹਮਣ ਮੌਲਾਣੇ। ਇਸ ਤਰ੍ਹਾਂ ਦੇ ਜਿਹੜੇ ਧਰਮੀ ਲੋਕ ਹੁੰਦੇ ਨੇ ਉਹ ਕਹਿੰਦੇ ਨੇ, ਇੱਕ ਦੂਸਰੇ ਦੇ ਨਾਲ ਲੜਦੇ ਨੇ, ਮਰਦੇ ਨੇ, ਝਗੜਦੇ ਨੇ। ਤੇ ਫਿਰ ਉਹ ਝਗੜੇ ਛੋਟੇ ਛੋਟੇ ਝਗੜੇ ਜਿਹੜੇ ਕਈ ਵਾਰੀ ਛੋਟੀ ਛੋਟੀ ਗੱਲ ਬਹੁਤ ਵੱਡੀ ਲੜਾਈ ਦੇ ਰੂਪ 'ਚ ਬਦਲ ਜਾਂਦੀ, ਗੱਲ ਛੋਟੀ ਹੁੰਦੀ। ਇਸੇ ਤਰ੍ਹਾਂ ਘਰਾਂ ਦੇ ਅੰਦਰ ਵੀ ਛੋਟੇ ਛੋਟੇ ਝਗੜਿਆਂ ਤੋਂ ਗੱਲ ਵੱਧਦੀ 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 ਬਹੁਤ ਕਤਲਾਂ ਤੱਕ ਗੱਲ ਪਹੁੰਚ ਜਾਂਦੀ ਹੈ। ਤਾਂ ਇਹ ਮਤਸਬੀ ਪੁਣਾ ਸੀ ਜਹਾਂਗੀਰ ਦਾ ਕਿ ਧੰਨ ਗੁਰੂ ਅਰਜਨ ਦੇਵ ਜੀ ਦੇ ਨਾਲ ਈਰਖਾ ਕਰਨ ਲੱਗ ਪਿਆ। ਹੋਰ ਵੀ ਪ੍ਰਿਥੀ ਚੰਦ ਵੀ ਜ਼ਿੰਮੇਵਾਰ ਆ, ਚੰਦੂ ਵੀ ਜ਼ਿੰਮੇਵਾਰ ਹੈ, ਕਾਜੀ ਮਲਾਉਣਾ ਵੀ ਕਾਜੀ ਵੀ, ਮੁੱਲਾ ਵੀ, ਇਹ ਸਾਰੇ ਜ਼ਿੰਮੇਵਾਰ ਨੇ। ਪਰ ਦੋਸ਼ੀ ਜਿਹੜਾ ਉਹ ਨਾਲ ਜਹਾਂਗੀਰ ਵੀ ਆ, ਕਿਉਂਕਿ ਉਸ ਸਮੇਂ ਦਾ ਜਿਹੜਾ ਜ਼ਿੰਮੇਵਾਰ ਵਿਅਕਤੀ ਹੋਵੇ ਸਾਰੀ ਗੱਲ ਉੱਥੇ ਹੀ ਜਾਂਦੀ ਆ, ਗੱਲ ਭਾਵੇਂ ਕਿਸੇ ਨੇ ਕੀਤੀ ਹੋਵੇ ਪਰ ਉਹਦਾ ਜ਼ਿੰਮੇਵਾਰੀ ਜਿਹੜੀ ਇੱਕ ਜ਼ਿੰਮੇਵਾਰ ਵਿਅਕਤੀ 'ਤੇ ਪੈਂਦੀ ਹੈ ਵੀ ਤੇਰੇ ਰਾਜ ਦੇ ਵਿੱਚ ਤੇਰੇ ਅਧੀਨ ਹੁੰਦਿਆਂ ਹੋਇਆ ਸਿਸਟਮ 'ਤੇ ਇਹ ਕੁਛ ਹੋ ਗਿਆ ਤੇ ਤੂੰ ਜ਼ਿੰਮੇਵਾਰ ਹੈ। ਇਸ ਕਰਕੇ ਹੋਰ ਵੀ ਬੜੇ ਜ਼ਿੰਮੇਵਾਰ ਨੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ, ਪਰ ਬਾਅਦ ਸਮੇਂ ਦੀ ਬਾਦਸ਼ਾਹੀ ਜਿਹੜੀ ਆ, ਜਹਾਂਗੀਰ ਆ ਜਿਹੜਾ, ਉਹ ਵੀ ਜ਼ਿੰਮੇਵਾਰ ਹੈ।
पर गुरु अर्जन देव जी कहते ने तेरा किया मीठा लागे। उन्होंने किसी को उलामा नहीं दिया, उलाह नूं मैं काहू ना दियो मन मीठ तुम्हारो कीओ। एक पूरना पा के दसे, पूरने पा के दसे कि अगर भाणा भी मनना पै जे उहदा ते एडी वड्डी मुसीबत हुंदियां होया भी उहदे भाणे च इस तरह रहा जा सकता है। ये उन्हां दी अवस्थावां ने, महापुरखां दी अवस्था, गुरु पीरां दी, साडियां नहीं हुंदियां अवस्था। असीं तो छोटी छोटी गल पिछे परमात्मा नूं उलामे दिंदे आ, ताने मेने मारदे भी मेरे नाल इस तरह क्यों हो गया। पर वो जिहड़े ने अजार कहो नानक अजर जने अजरिया तिस ही को बण आवत है। उन्हां दी अवस्था हुंदी आ। ये तत्ती तवी नूं जरना कोई सौखा काम नहीं सी, तत्ती तवी नूं जरना कोई सौखा काम नहीं सी, पर वो अजर नूं भी जर गए। ते जिहड़े अजर नूं जर जांदे ने, कहो नानक अजर जिन जरिया तिस ही को बण आवत है। ओदी ही परमात्मा नाल बण आउंदी आ जिहड़ी अजर वस्तु नूं जर लैंदा है। ते आओ अज भाई गुरदास जी हुणां ने धन गुरु अर्जन देव की वडियाई विच एक पौड़ी लिखी। वो कहंदे ने रहिंदे गुर दरियाओ विचा मीन कलीन हेत निर्बाणी दर्शन देख पतंग ज्यों ज्योति अंदर जोत समाणी चरण कमल मिल भवर ज्यों सुख संपट विच रहण विहाणी। भाई गुरदास ने आख्या भी रहिंदे गुर दरियाओ विच, गुरु जिहड़ा दरिया च रहिंदा है। असीं कहने आ धर्म स्थानां ते गुरु रहिंदा है, मंदिर विच रहिंदा है, गुरद्वारियां च रहिंदा है, तीर्थां ते रहिंदा है। पर भाई गुरदास जी कहंदे गुरु कित्थे रहिंदा है? असीं गुरु नूं कित्थों खोज रहे हैं ते गुरु कित्थे रहिंदा है? गुरु दे दो रूप ने। एक ते जदों शरीर करके असीं गुरु नूं देखदे हां तां गुरु साडे कोल है। ये बाहरी जदों असीं गुरु नूं बाहरी रूप च देखांगे, गुरु एक घर बाहर ही होएगा, घर बाहर होई वरतिया, घर बाहर ही गुरपै सिख पैर ही पाया। उन्हां दे बच्चे ने, उन्हां दी घरवाली है, उन्हां दा परिवार है, वो उठदे ने, बहिंदे ने, सौंदे ने, खांदे ने। एक बाहरी क्रिया गुरु दी। ते जदों असीं बाहरी क्रिया नूं वेखांगे भी गुरु दी बाहरी क्रिया है, तो फिर असीं गुरु नूं अपने जैसा ही मन लवांगे भी गुरु भी साडे जैसा ही आ। रात नूं भी मंजे ते सौंदा, असीं भी सौं जाने। वो भी सवेरे उठ के रोटी खांदा, असीं भी खा लैने आ। जे मैं सौना है तो गुरु भी तो सौंदा ही है। ये जदों असीं बाहरों ही गुरु नूं देखांगे तो सानूं गुरु इस रूप च दिखेगा। जिद्दां करतारपुर गुरु नानक साहब जी शामां नूं सौ जाते सन मंजे ते, हालांकि बाणी कहती सतगुर जागता है देओ। हुण गुरु का दो रूप आ, एक सिख नूं सुत्या होया रूप दिख रहा गुरु का, ते एक किसी विरले भागां वाले नूं गुरु का दूसरा रूप दिखाई दिंदा भी सतगुर जागता है देओ भूली मालनी है एहो सतगुर जागता। एको सतगुर जागदा होर जग सुता मोह प्यार। धरती उत्ते केवल तां केवल गुरु ही जागदा है, बाकी सारी दुनिया सुती पई है। एको सतगुर जागता
होर जग सुता मोह प्यास। दुनिया सारी मोह च सुती पई आ। ते जे असी अपने आप नूं जगाउणा है ना, सानू असी भी सुते आ। एक जे गुरु एक जागदा है, बाकी सारे सुते आ ना आपां, ते सानू सुत्तिਆਂ नूं केवल ਉਹੀ जगा सकदा है जिहड़ा जागदा होवे। देखो हुण सवेरे अंम੍ਰਿਤ वेले जिहड़ा परिवार च पहिलों जाग जावे, ਉਹ ਮੁੜ ਕੇ ਦੂਜਿਆਂ ਨੂੰ ਉਠਾਉਂਦਾ, ਭਾਈ ਸਵੇਰ ਹੋ ਗਈ, ਦਿਨ ਚੜ੍ਹ ਗਿਆ, ਉਠੋ। ਤੇ ਧਰਤੀ ਉੱਤੇ ਕੇਵਲ ਗੁਰੂ ਹੀ ਜਾਗਦਾ ਹੈ। ਤੇ ਜੇ ਉਹ ਹੀ ਸਾਨੂੰ ਜਗਾਤਾ ਹੈ, ਜਾਗਦਾ ਹੈ, ਆਪਣਾ ਜਗਾ ਸਕਦਾ ਹੈ। ਸਾਡਾ ਮਨ ਜਿਹੜਾ ਨਾ, ਉਹ ਮੋਹ ਦੇ ਵਿੱਚ ਸੁੱਤਾ ਪਿਆ ਹੈ। ਤਾਈਓ ਦੇ ਪਾਠ ਕੀਰਤਨ ਕਥਾ ਬਾਣੀ ਚੰਗੀ ਨਹੀਂ ਲੱਗਦੀ, ਕਿਉਂਕਿ ਮਨ ਸੁੱਤਾ ਹੈ। ਜੋ ਜੋ ਮਨ ਜਾਗਦਾ ਜਾਵੇਗਾ, ਇਸ ਨੂੰ ਧਰਮ ਚੰਗਾ ਲੱਗੇਗਾ। ਜੋ ਜੋ ਇਹ ਜਾਗਦਾ ਜਾਏਗਾ, ਇਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗੇਗਾ। ਇਹ ਜਿਨ੍ਹਾਂ ਲੋਕਾਂ ਨੂੰ ਕਥਾ ਕੀਰਤਨ ਚੰਗੀ ਨਹੀਂ ਨਾ ਲੱਗਦੀ, ਉਹ ਸੁੱਤੇ ਪਏ ਨੇ। ਤੇ ਸੁੱਤੇ ਹੋਏ ਮਨ ਨੂੰ ਜਗਾਉਣਾ ਕਿਸ ਤਰ੍ਹਾਂ ਹੈ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਬਾਹਰ ਕਹਿੰਦੇ ਤੂੰ ਗੁਰੂ ਨੂੰ ਸਿਮਰਿਆ ਕਰ, ਤੂੰ ਗੁਰੂ ਨਾਲ ਸੰਪਰਕ ਰੱਖ ਆਪਣਾ, ਤੇ ਗੁਰੂ ਜਾਗਦਾ ਦਿਓ ਹੈ। ਤੇ ਕੋਈ ਦਿਨ ਆਵੇਗਾ ਤੈਨੂੰ ਵੀ ਜਗਾ ਦੇਗਾ ਉਹ, ਜੇ ਤੂੰ ਉਹਦੇ ਸੰਪਰਕ ਵਿੱਚ ਹੋਏਗਾ ਨਾ, ਗੁਰੂ ਦੇ ਸੰਪਰਕ ਵਿੱਚ। ਤੇ ਗੁਰੂ ਜਾਗਦਾ ਹੈ ਤੇ ਤੈਨੂੰ ਵੀ ਜਗਾ ਦੇਗਾ। ਇੱਥੇ ਤੇ ਬੁੱਢੇ ਵਾਰੇ ਤੱਕ ਨਹੀਂ ਕੋਈ ਜਾਗਦੇ ਲੋਕੀ। 12 ਸਾਲ ਦਾ ਬੱਚਾ ਇੱਕ ਮਿਲਦਾ ਹੈ ਗੁਰੂ ਨਾਨਕ ਸਾਹਿਬ ਨੂੰ, ਤੇ ਗੁਰੂ ਨਾਨਕ ਸਾਹਿਬ ਦੇ ਨੇ, ਤੇਰੀਆਂ ਗੱਲਾਂ ਤਾਂ ਬੁੱਢਿਆਂ ਵਾਲੀਆਂ ਨੇ, ਤੂੰ ਤਾਂ ਜਾਗਿਆ ਹੋਇਆ ਵਾ। ਬਾਬਾ ਬੁੱਢਾ ਜੀ ਕੱਥੂ ਨੰਗਲ 12 ਸਾਲ ਵਿੱਚ ਹੀ ਜਾਗ ਪਏ ਸਨ। ਇੱਥੇ 70 ਸਾਲ ਦੀ ਉਮਰ ਹੋ ਗਈ ਹੈ, 80 ਸਾਲ ਦੀ ਉਮਰ ਹੋ ਗਈ, ਕੋਈ ਜਾਗਣ ਨਹੀਂ ਦਿਆ। ਉਸੇ ਟੱਬਰ ਦੇ ਚੱਕਰਾਂ ਵਿੱਚ ਹੀ, ਮੋਹ ਦੇ ਚੱਕਰ ਵਿੱਚ ਹੀ ਦੁਨੀਆ ਘੁੰਮੀ ਜਾਂਦੀ ਹੈ, ਜਾਗਦਾ ਹੀ ਨਹੀਂ ਹੈ ਕੋਈ। ਪਰ ਗੁਰੂ ਇੱਕ ਇਹੋ ਜਿਹੀ ਚੀਜ਼ ਆ, ਗੁਰੂ ਸਿੱਖ ਨੂੰ ਜਗਾ ਦਿੰਦਾ ਹੈ। ਸਤਿਗੁਰ ਜਾਗਦਾ ਹੈ ਦਿਓ, ਇੱਕੋ ਸਤਿਗੁਰ ਜਾਗਦਾ, ਹੋਰ ਜਗ ਸੁੱਤਾ। ਹੁਣ ਮੈਂ ਜਾਗਦਾ ਹੀ ਆ ਨਾ, ਇਸ ਵੇਲੇ ਬੈਠਾ ਹੋਇਆ, ਤਾਂ ਹੀ ਤਾਂ ਮੈਂ ਬੋਲ ਰਿਹਾ, ਮੈਂ ਜਾਗਦਾ ਹੈ। ਨਹੀਂ, ਮੈਂ ਸਰੀਰ ਕਰਕੇ ਜਾਗਿਆ ਹੋਇਆ ਵਾਂ, ਮਨ ਕਰਕੇ ਸੁੱਤਾ ਹੋਇਆ ਵਾਂ। ਮਨ ਮੇਰਾ ਤੇ ਅਜੇ ਵੀ ਸੁਪਨਿਆਂ ਦੀਆਂ ਦੁਨੀਆ 'ਚ ਘੁੰਮ ਰਿਹਾ ਹੈ। ਇਸ ਦਾ ਮਤਲਬ ਹੈ, ਇੱਕ ਤੇ ਉਹ ਸੁਪਨੇ ਹੁੰਦੇ ਨੇ ਜਿਹੜੇ ਅਸੀਂ ਸੁੱਤਿਆਂ ਲੈਂਦੇ ਆ, ਤੇ ਇਹ ਸੁਪਨੇ ਨੇ ਜਿਹੜੇ ਅਸੀਂ ਜਾਗਦਿਆਂ ਵੀ ਸਾਡਾ ਮਨ ਸੁਪਨਿਆਂ 'ਚ ਤੁਰਿਆ ਫਿਰਦਾ, ਸੁਪਨੇ ਬਣਾਈ ਜਾਂਦਾ, ਫੁਰਨੇ ਬਣਾਈ ਜਾਂਦਾ। ਇਹਨੂੰ ਕਹਿੰਦੇ ਮਨ ਜਾਗ ਕੇ ਸੌਂ ਗਿਆ। ਜਦੋਂ ਅਸੀਂ ਸੁੱਤੇ ਹੁੰਦੇ ਆ ਨਾ, ਉਦੋਂ ਸਾਨੂੰ ਆਪਣੇ ਆਪ 'ਤੇ ਕੰਟਰੋਲ ਨਹੀਂ ਹੁੰਦਾ, ਮਨ ਜੋ ਮਰਜ਼ੀ ਕਰੇ। ਕਿਉਂ? ਅਸੀਂ ਸੁੱਤੇ ਹੋਏ ਆ। ਮਨ ਕੈਨੇਡਾ ਵੀ ਚਲ ਜਾਂਦਾ, ਮਨ ਅਮਰੀਕਾ ਵੀ ਚਲ ਜਾਂਦਾ, ਮਨ ਮੰਦਰਾਂ 'ਚ ਮੱਥਾ ਵੀ ਟੇਕ ਆਉਂਦਾ ਹੈ, ਮਨ ਵੇਸਵਾ ਦੁਆਰੇ ਜਾ ਕੇ ਵਿਸ਼ੇ ਵੀ ਭੋਗ ਆਉਂਦਾ ਹੈ। ਮਨ ਤੇ ਇਹ ਹਾਲਤ ਹੈ। ਕਿਉਂ? ਅਸੀਂ ਸੁੱਤੇ ਹੋਏ ਹਾਂ ਤੇ ਮਨ ਆਪਣੀਆਂ ਮਰਜ਼ੀਆਂ ਕਰਦਾ ਹੈ। ਤੇ ਜੇ ਅਸੀਂ ਹੁਣ ਸਰੀਰ ਕਰਕੇ ਜਾਗ ਪਏ ਹਾਂ, ਆਪਣੇ ਆਪ ਨੂੰ ਅਸੀਂ ਜਾਗਦੇ ਸਮਝ ਰਹੇ ਹਾਂ, ਪਰ ਨਹੀਂ, ਅਜੇ ਵੀ ਸੁੱਤੇ ਹੋਏ ਹਾਂ, ਕਿਉਂਕਿ ਅਜੇ ਵੀ ਮਨ ਫੁਰਨਿਆਂ 'ਚ ਫਿਰ ਰਿਹਾ, ਘੁੰਮ ਰਿਹਾ ਹੈ। ਸਲਾਹੀ ਸਲਾਹ ਜਿੰਨੀ ਧਿਆਇਆ, ਇੱਕ ਮਨ ਸੇਈ ਪੂਰੇ ਸਾਹ, ਵਖਤੇ ਉੱਪਰ ਲੜ ਮੋਏ। ਦੂਜੇ ਬਹੁਤੀ ਰਾਹ, ਮਨ ਕੀ ਮੱਤੀ ਖਿੰਡੀਆਂ, ਬਹੁਤ ਪਏ ਸਗਾ, ਅਜੇ ਵੀ ਗੋਤੇ ਖਾਣ ਦੇ ਆਏ। ਤਾਂ ਮੈਂ ਸਰੀਰ ਕਰਕੇ ਤਾਂ ਬੈਠ ਗਿਆ ਗੁਰੂ ਦੁਆਰੇ, ਪਰ ਮਨ ਨਹੀਂ ਬੈਠਾ। ਮੈਂ ਸਰੀਰ ਕਰਕੇ ਤੇ ਗੁਰੂ ਗੁਰੂ ਜਪਦਾ ਹੈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਮੈਂ ਗੁਰੂ ਗੁਰੂ ਕਰ ਰਿਹਾ ਹੈ,
पर मैं जाग के नहीं कर रहा, सुता होया कर रहा, क्योंकि मन मेरे वस नहीं है। मन फुरनिया च वा, मन सुपनिया च घूम रहा है। तो जिदा मन सुपनिया च घूमे, जिदा मन फुरनिया च घूमे, समझ लेना उसनू अपनी विचार की तकड़ी ते तोल लेना कि मैं सुता होया वा। गुरु की गल कही जा रही होवे, ये दुनिया च घूम रहा होवे, शरीर गुरु द्वारे बैठा होवे ते मन पता नहीं कित्थे घूमदा होवे। इनू बाणी ने कहा ना कि गुरसभा एव ना पाईए, किसी व्यक्ति नू ये ना समझ लेना भी गुरु द्वारे बैठा होया, वाकई गुरु को बैठा होया वा। आही तो भुलेखा पैंदा है। मारे कहते कोई गुरु द्वारे बैठा होया भी हो सकता, गुरु द्वारे ना होवे। ते गुरसभा एव ना पाईए, ना नेड़े ना दूरा, नानक सतगुर ता मिले, जा मन रहे हदूरा। जिन्ना चिर मन की हाजरी नहीं है, उन्ना चिर परमात्मा की प्राप्ति नहीं है। जिन्ना चिर मन नहीं जागदा, उन्ना चिर रब नूं किवें प्राप्त करेगा। देखो आप सुते हुए मंजे ते, अपने कोल कीमती चीज़ पई हुई है घर दे विच, जां मेरे खीसे च कोई कीमती चीज़ पई हुई है, मेरी पॉकेट च कोई वधिया चीज़ पई हुई है, मेरे मंजे ते कोई चीज़ पई हुई है, तो मैं सुता होया ते मैनूं प्राप्त थोड़ा होनी है। उस चीज़ का मैनूं कोई लाभ थोड़ा है सुत्या होया। तन फिर का एक ही संग वासा, विच हौमे पीत करारी। तो महाराज कहते जदों तू गुरु ना इको सतगुर जागदा, होर जग सुता मोह प्यास। दुनिया मोह दे विच डुबी पई है, दुनिया सुती पई है, ते इको एक गुरु जागदा है। ते जदों कोई गुरु दे संपर्क विच आउंदा है, ते गुरु दे संपर्क विच की आउणा है? सिमर सिमर गुर सत गुर अपना, सिमर सिमर गुर सत गुर अपना, सोया मन जगाई। तेरा मन सुता है, ये जाग जाएगा जदों तू गुरु गुरु जपी गया। कोई समा आएगा ये सुपनियां दियां दुनिया तो, फुरनियां दियां दुनिया तो बाहर आ जाएगा। तो जिदन ये फुरनियां तो बाहर आ गया, जिदन ये जाग शरीर करके भावें सी जागदे होइए जां सुते होइए, जद मन फुरनियां तो बाहर हो गया, रहत हो गया, समझ लेना जागदा है मनुख। इको सतगुर जागदा नहीं, हुण वो भी जाग गया जिहड़ा गुरु के संपर्क विच आ गया। मैं कह रहा सी एक गुरु का वो रूप है जिहड़ा असीं बाहरों वेखदे हां भी सिख भी उठिया करतारपुर, लहणा जी भी उठे, गुरु नानक साहब भी उठे, उन्हां भी इशनान कीता, उन्हां भी इशनान कीता, उन्हां नितनेम कीता, उन्हें भी नितनेम कीता, उन्हां ने भी जल पानी छकिया, गुरु ने भी छकिया, चेले ने भी छक लिया जल पानी। चेले नूं भी रोग लगे तो गुरु नूं भी रोग लागे शरीर करके, क्योंकि शरीर है चेले का भी तो गुरु का भी शरीर है। एक रूप असीं इस तरह गुरु नूं देखते हैं, तो एक रूप गुरु का होर है, वो किसी विरले नूं दिखदा है। वो कहंदे ने रहिंदे गुर दरियाओ विच, गुरु कित्थे रहिंदा अज दा विशा मेरा ना। असी समझदे हो ब्यासा बैठा गुरु साडा, ते भरो ट्रालियां ते भरो ट्रक ते जाओ ब्यासा नूं, गुरु तां ब्यासा बैठा होया है। हेमकुंड खुल गया, साडा गुरु हेमकुंड बैठा होया वा, असी हेमकुंड नूं चले हुए हां। पिंड दे गुरुद्वारे मत्था नहीं टेकण जांदे ते हेमकुंड नेमना साल पिछों जांदे ने। सिखा तेरे पिंड विच गुरुद्वारा होवे ते तैनूं हेमकुंड दी की लोड़ पै गई है? क्यों पहाड़ियां ते धक्के खाना जाके, तू की लोड़ पै गई है? तू अंमृत वेले उठ के गुरु गुरु जप, संगत विच बैठ, गुरु का दर्शन कर,
भाई गुरदास ने जिहड़ा लिखिया है कि गुरसिख भल के उठ के अमृत वेले सर नवंदा, गुर के बचन उचार के धर्मसाल दी सुरत करन दा। ये नहीं किते लिखिया भी उठ के हेमकुंड नूं जांदा। असीं साल पिछों हजूर साहब जाने हैं जी, वाह। कदी सवेरे उठ के गुरुद्वारे भी आया वां। हेमकुंड तो तू जाना है, भटकदा फिरदा है। हजूर साहब भी तू जाना है, भटकदा फिरदा है। तो जो भाई गुरदास ने लिखा, गुरसिख भल के उठ के अमृत वेले सर नवंदा, गुर के बचन उचार के, उठ के गुरु मंत्र जपिया सवेरे। हाँ जी, उठ के मंत्र जपिया, गुर के बचन उचार के धर्मसाल दी सुरत करन दा। उठ इशनान कर, गुरु गुरु जप, ते फिर संगत में आण के बह जा। तू धक्के खाना फिरदा सड़कों ते, मैं जी हेमकुंड जाना जी, मैं हजूर साहब जाना, तू तो धक्के खा रहे हैं। ये तो तेनों कहा ही नहीं किसी ने। सिख नूं धक्के खाण वास्ते नहीं सिक्या, सिख धक्के खा रहा बिना मतलब तो ही। हेमकुंड साहब खुल गया जी, असीं हेमकुंड जाना जी, खाओ धक्के जिद को खाई जाते। पर नहीं नहीं, गुर के बचन उचार के धर्मसाल दी सुरत करन दा। साध संगत विच जाए कै, तैनूं तो सिखा रोज़ संगत विच आउण दा हुक्म सी तैनूं, ते तूं धक्के खांदे सड़कां ते। साध संगत विच जाए के गुरबाणी दे प्रीत सुनंदा। संगत विच बैठ प्यार दे नाल गुरु की बाणी सुन। ये तो तेरे को सुनी नहीं जाती, तो हेमकुंड तू बड़ा भज के जाना है। गुरबाणी दे प्रीत सुनंदा, शंका मनो उतार के गुरसिखां दी सेव करन दा। किरत विरत कर धर्म दी लै प्रसाद आण वरतन दा। गुरसिखां नूं दे के पिछों बचिया। असीं कहने बच जूगा तो वंड देंगे, नहीं तो कातों वंडना है। उन्हां सिखां ते साडे सिखां च इन्ना क फर्क सी, वो वंड के ते फिर खांदे सी, असीं खा के भी नहीं वंडदे। किरत बिरत कर धर्म दी लै प्रसाद आण वरतंदा, गुरसिखां नूं दे के पिछों बचिया, आप खवंदा। खैर, एक ते ਉਹ ਆ ਬਾਹਰੀ ਗੁਰੂ ਆ ਜਿੱਥੇ ਅਸੀਂ ਜਾਣਾ ਹੈ। ਸਾਡੇ ਵਾਂਗੂ ਕਿਰਿਆ ਕਰਦਾ ਉੱਠਦਾ ਬੈਠਦਾ, ਉਹਨਾਂ ਨੂੰ ਸਰੀਰ, ਗੁਰੂਆਂ ਨੂੰ ਸਰੀਰਕ ਰੋਗ ਲੱਗਦੇ ਨੇ, ਸਾਨੂੰ ਵੀ ਲੱਗ, ਚੇਲਿਆਂ ਨੂੰ ਵੀ ਲੱਗ ਜਾਂਦੇ ਨੇ। ਚੇਲੇ ਵੀ ਸੌਂ ਜਾਂਦੇ ਨੇ, ਗੁਰੂ ਵੀ ਸੌਂ ਜਾਂਦੇ ਨੇ। ਇੱਕ ਤੇ ਇਹ ਕਿਰਿਆ। ਤੇ ਦੂਸਰਾ ਭਾਈ ਗੁਰਦਾਸ ਨੇ ਲਿਖਿਆ ਗੁਰੂ ਅਰਜਨ ਦੇਵ ਜੀ ਦੇ ਬਾਰੇ, ਰਹਿੰਦੇ ਗੁਰ ਦਰਿਆਓ ਵਿੱਚ। ਗੁਰੂ ਤੇ ਦਰਿਆ 'ਚ ਰਹਿੰਦਾ ਹੈ, ਗੁਰੂ ਗੁਰਦੁਆਰੇ ਨਹੀਂ ਰਹਿੰਦਾ। ਰੱਬ ਭਗਵਾਨ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਉਹ ਮੰਦਰਾਂ 'ਚ ਨਹੀਂ ਰਹਿੰਦਾ। ਅਸੀਂ ਮੰਦਰਾਂ 'ਚ ਖੋਜਦੇ ਫਿਰਦੇ ਹਾਂ। ਨਹੀਂ ਨਹੀਂ, ਰਹਿੰਦੇ ਗੁਰ ਦਰਿਆਓ ਵਿੱਚ। ਗੁਰੂ ਕਿੱਥੇ ਰਹਿੰਦਾ ਹੈ? ਪਰਮਾਤਮਾ ਇੱਕ ਦਰਿਆ ਰੂਪ ਹੈ ਤੇ ਗੁਰੂ ਉਹਦੇ ਵਿੱਚ ਸਮਾਇਆ ਹੋਇਆ ਵਾ। जद बाहरी शरीर करके गुरु नूं वेखांगे, मैं कह रहा सी गुरु दे दो रूप ने। हालांकि गुरु गोबिंद सिंह महाराज ने आख्या है 3 रूप है मोहे के। मेरे 3 रूप ने। गुरु गोबिंद सिंह महाराज ने, भाई नंदन ने, लाल ने आख्या कि महाराज तुहाडा कोई दर्शन कित्थों हो सकता है, तुहाडा मिलन किवें हो सकता है, गुरु नूं किवें मिलिया जा सकता है। ते गुरु गोबिंद सिंह महाराज कहते 3 रूप है मोहे कै। मेरे 3 रूप ने। सुनो नंद चित, सुनो नंद चित लाए निर्गुण। परमात्मा दे विच ते गुरु विच कोई फर्क नहीं है। परमात्मा भी व्यापक है, गुरु भी व्यापक है, एक वो रूप है। पर असी एक जगह के उत्ते गुरु नूं मन्निया होया, साडा गुरु उत्थे बैठा होया वा, ते असी उत्थे जाना है। तो मैं तो अगे भी कहना हुन्ना, ये गुरु नहीं है भाई।
जिन्हां ने इन्नियां इन्नियां वड्डियां वड्डियां दौलतां बना लियां, जमीनां खरीद लियां ते हज़ारां हज़ारां किले फसलां लाइयां होईयां ने, ते चेले जाके गुरुआं दीयां फसलां पे वढ़दे ने। ये गुरु नहीं है। ये समय दे अडानी ते अबानी इन्हां दे रूप बदले होए ने, इन्हां ने नाम बदले होए ने। अडानी दे थां ते स्वामी है, व्यापारी ने। एक दा नां अडानी है, एक दा नां स्वामी है। वो भी कारोबारी ने। एक अज दे गुरु भी कारोबारी ने। वो भी प्लाट खरीद रहे ने, गुरु भी जमीनां खरीद रहे ने। नहीं नहीं, गुरु की निशानी दसी महाराज ने। मनूरे ते पंच कंचन पए गुर पारस मेल मलाए। गुरु तो हुंदा है पारस, ते उन्होंने मिलदियां सार ही कंचन हो जाती शरीर। कंचन काया कसीए वन्नी चढ़े चढ़ाओ, जे नदर पवे सराफ दी तां बौर न पाई ताओ। मर गया भी धंधे धावत मन पया मनूरा, फिर होवे कंचन पेटे गुर सूरा। जिद्दां पारस नूं शोह दे ना तांबा, पारस मानो तांबो शोए, कणक होत नहीं बार, परम परस गुर भेटीए। जिंदगी च गुरु है। परम परस गुर भेटीए, पूर्व लिखत लिलाट, उन मन 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 ही मिले, छुटकत बजर कपाट। गुरु का काम है सिख दे कवाड़ा नूं खोलना। गुरु का काम कमाद बीजना नहीं है। गुरु का काम फसलां बीजना नहीं है। बजर कपाट जड़े जड़ जाने गुर शब्दी खुलाएंदा। गुरु ने तो सिख नूं मुक्त करना धंधियां तो, ते गुरु धंधे पिया करदा है। गुरु फसलां पिया बीजदा तो सिख किवें मुक्त होएगा। साडे भी कई कहंदे बाबे ने करतारपुर खेती की। वो बाबे ने खेती नहीं की। बाबे ने धर्मशाला बना के लोगों नूं तारिया। उत्थे पैगंबर गुरु पीर खेतियां नहीं करदे हुंदे। ना ना ना। परम परस गुर भेटीए, जिदा कबीर ने कहा गुर लागा तब जानिए। गुरु मिले है। अगर जिंदगी च गुरु है तो क्या निशानी है, क्या निशानी देवस्थाने। गुर लागा तब जानिए, मिटे मोह तन ताप। गुरु ते ओह वा जिहड़ी तुहाडी अंदर दी तपश नूं बुझा देवे। अज ते गुरुआं अंदर बड़ी तपश है। मिटे मोह तन ताप, हरक सोग दाजे नहीं, तर हर आपे आप। गुरु ਉਹ ਆ ਜਿਹਨੂੰ ਕੋਈ खुशी ना होवे, ना कोई गमी होवे, ਉਹਦੇ वास्ते एक सोने का संघासन ते ਉਹਦੇ वास्ते तत्ती तवी एक जैसी होवे। गुरु ते ਉਹ है ਜਿਹਦੇ वास्ते आनंदपुर ते चांदनी चौक एक जैसा ही होवे। गुरु ਤਾਂ ਉਹ है ਜਿਹਦੇ वास्ते आनंदपुर दे महल ते माछीवाड़े दा जंगल एक जैसा ही होवे। गुरु तो वह है। गुर लागा तब जानिए, मिटे मोह तन ताप, हरक सोग दाजे नहीं, तर हर आपे आप। धंधे धावत मन पया मनूरा, फिर होवे कंचन पेटे गुर सूरा। जिदन गुरु सूरमा मिलया ना, ते गुरु एक पारस है। गुरु को व्यापारी नहीं है, गुरु को घरबारी नहीं है, गुरु को खेती बाड़ी वाला किसान नहीं है कि खेतियां करता है। गुरु पारस है। कबीर ने नहीं कहा सो गुर करो जे बौर न करना। ऐसे गुरु नूं धारण करो जिस गुरु नूं बार बार धारणा करना पवे। ते वो गुरु केड़ा है? रहंदे गुर दरियाओ विच। गुरु तो दरिया च रहिंदा है, गुरुद्वारे थोड़ा रहिंदा है। गुरुद्वारा उसदा सरगण स्वरूप है। निर्गुण रूप च गुरु परमात्मा च लीन है, परमात्मा ही है। आद अंत के अवतारा सोई गुरु समझो हमारा। परमात्मा ही गुरु है। जिदा गुरु गोबिंद सिंह महाराज, तीन रूप है मोहे कै, सुनो नंद चित लाए। निर्गुण
ਉਹ ਨਿਰਗੁਣ ਤਾਂ ਕਿਸੇ ਦੀ ਪਕੜ 'ਚ ਆਉਂਦਾ ਨਹੀਂ ਹੈ। ਪਰਮਾਤਮਾ ਵੀ ਨਿਰਗੁਣ ਆ, ਗੁਰੂ ਵੀ ਨਿਰਗੁਣ ਹੈ। ਨਿਰਗੁਣ ਸਰਗੁਣ ਤੇ ਸਰਗੁਣ ਰੂਪ 'ਚ ਵੀ ਗੁਰੂ ਆ, ਖਾਲਸੇ ਦੇ ਰੂਪ ਵਿੱਚ ਗੁਰ ਸ਼ਬਦ ਹੈ। ਤੇ ਤੀਸਰਾ ਰੂਪ ਜਿਹੜਾ ਗੁਰੂ ਦਾ ਉਹ ਸ਼ਬਦ ਹੈ। ਸ਼ਬਦ ਦਾ ਆਸਰਾ ਲੈ ਕੇ ਅਸੀਂ ਉਸ ਗੁਰੂ ਤੱਕ ਜਾਣਾ ਹੈ ਜਿਹਨੂੰ ਕਹਿੰਦੇ ਨੇ ਰਹਿੰਦੇ ਗੁਰ ਦਰਿਆਓ ਵਿੱਚ। ਜਦੋਂ ਨੇ ਰੋਜ਼ ਪੜ੍ਹਦੇ ਤੂੰ ਦਰਿਆਓ ਦਾਨਾ ਬੀਨਾ ਮੈਂ ਕੈਸੇ ਅੰਤ ਲਹਾਂ। ਤੂੰ ਦਰਿਆਓ ਜਦੋਂ ਇਹ ਰਹਿ ਰਾਸ ਦਾ ਪਾਠ ਕਰਦੇ ਹੋ ਜੀ ਹੁੰਦਾ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਰ ਬਿਨ ਦੂਜਾ ਕੋਈ ਨਾ। ਜਿੱਦਾਂ ਕਬੀਰ ਨੇ ਕਿਹਾ ਅਸਮਾਨ ਮਿਹਾਨੇ ਲੰਘ ਦਰਿਆ, ਉਹ ਪ੍ਰਮਾਤਮਾ ਰੂਪੀ ਦਰਿਆ, ਉਹ ਗੁਰੂ ਰੂਪੀ ਦਰਿਆ ਤੇਰੇ ਅੰਦਰ ਵਗ ਰਿਹਾ ਹੈ। ਤੂੰ ਬਾਹਰ ਨਾ ਭਟਕ, ਤੂੰ ਬਾਹਰ ਨਾ ਕਿਤੇ ਠੋਕਰਾਂ ਖਾਂਦਾ ਫਿਰ, ਬਾਹਰ ਨਾ ਧੱਕੇ ਖਾਂਦਾ ਫਿਰ, ਤੇਰੇ ਅੰਦਰ ਆਓ। ਤੇਰੇ ਅੰਦਰ ਗੁਪਤ ਲੰਬਾਰੀ ਵਿੱਚ ਬੈਠਾ ਕ੍ਰਿਸ਼ਨ ਮੁਰਾਰੀ ਜਿਹਨੂੰ ਕਹਿੰਦੇ ਹੁੰਦੇ। ਨਹੀਂ ਨਹੀਂ ਨਹੀਂ, ਅਸਮਾਨ ਮਿਹਾਨੇ ਲੰਘ ਦਰਿਆ ਗੁਸਲ ਕਰ ਦੰਬੂਦ ਕਰ ਚਸ਼ਮ ਕਰ ਫਕਰ ਲਾਏ ਚਸ਼ਮੇ ਜਹਾਂ ਤਹਾਂ ਮੌਜੂਦ। ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਅਰਜਨ ਦੇਵ ਬਾਰੇ ਕਿ ਲੋਕੋ ਗੁਰੂ ਅਰਜਨ ਦੇਵ ਦਾ ਤੱਤੀ ਤਵੀ ਤੇ ਸਰੀਰ ਸੜ ਰਿਹਾ ਹੈ, ਤੱਤੀ ਰੇਤਾ ਪੈ ਰਹੀ ਹੈ, ਤੇ ਤੁਸੀਂ ਇਹ ਨਾ ਸਮਝ ਲੈਣਾ ਵੀ ਗੁਰੂ ਦੇ ਨਾਲ ਇਹ ਕੁਝ ਹੋ ਰਿਹਾ ਹੈ। ਗੁਰੂ ਸਰੀਰ ਨਹੀਂ ਹੈ, ਗੁਰੂ ਸਰੀਰ ਵਿੱਚ ਨਹੀਂ ਹੈ। ਤੇ ਗੁਰੂ ਕਿੱਥੇ ਆ? ਰਹਿੰਦੇ ਗੁਰ ਦਰਿਆਓ ਵਿੱਚ। ਗੁਰੂ ਤੇ ਆਪਣੀ ਹੋਂਦ ਨੂੰ ਮਿਟਾ ਕੇ ਬੜੇ ਚਿਰ ਦਾ ਪ੍ਰਮਾਤਮਾ ਰੂਪੀ ਦਰਿਆ ਵਿੱਚ ਲੀਨ ਹੋ ਚੁੱਕਾ ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕਲੀਨ, ਜਿੱਦਾਂ ਮੀਨ ਦੀ ਕੁੱਲ ਜਿਹੜੀ ਆ ਨਾ ਉਹ ਪਾਣੀ 'ਚ ਹੀ ਰਹਿੰਦੀ ਆ, ਤੇ ਗੁਰੂ ਜਿਹੜਾ ਉਹ ਪ੍ਰਮਾਤਮਾ 'ਚ ਹੀ ਰਹਿੰਦਾ ਹੈ। ਤੁਸੀਂ ਸਰੀਰ ਨੂੰ ਉਹਨੂੰ ਸਾੜ ਦਿਓ, ਜੋ ਮਰਜ਼ੀ ਕਰ ਦਿਓ, ਸਰੀਰ ਦੇ ਖਤਮ ਹੋਇਆ, ਗੁਰੂ ਨਹੀਂ ਖਤਮ ਹੁੰਦਾ। ਮਤ ਜਾਣਾ ਵੀ ਜੇ ਸਰੀਰ ਗੁਰੂ ਦਾ ਸਰੀਰ ਖਤਮ ਹੋ ਗਿਆ ਤੇ ਗੁਰੂ ਖਤਮ ਹੋ ਗਿਆ। ਜੇ ਗੁਰੂ ਅਰਜਨ ਦੇਵ ਨੇ ਆਖਿਆ ਸੀ ਮੇਰੇ ਖਤਮ ਹੋਇਆ, ਸੱਚ ਖਤਮ ਨਹੀਂ ਹੋਣਾ। ਸੱਚ ਤਾਂ ਆਪਣੇ ਰਹਿਣਾ ਹੀ ਰਹਿਣਾ ਜਗ੍ਹਾ ਤੇ। ਤੇ ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਇਹ ਨਾ ਲੋਕੋ ਸਮਝ ਲੈਣਾ, ਕਿਉਂਕਿ ਸੰਗਤਾਂ ਉਦਾਸ ਹੋ ਗਈਆਂ ਜਦੋਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰ ਦਿੱਤਾ ਨਾ। ਤੇ ਸਿੱਖਾਂ ਦੇ ਜਿਹੜੇ ਕੱਚੇ ਪਿੱਲੇ ਸਾਡੇ ਵਰਗੇ ਹੁੰਦੇ ਆ, ਉਹਨਾਂ ਦੇ ਹੌਸਲੇ ਡਾਵਾਂ ਡੋਲ ਹੋ ਗਏ। ਇੱਕ ਬੰਦਾ ਹੀ ਗੁਰੂ ਨੂੰ ਖਤਮ ਕਰ ਦੇਵੇ। ਚੰਦੂ ਬੰਦਾ ਹੀ ਹੈ, ਜਹਾਂਗੀਰ ਬੰਦਾ ਹੀ ਹੈ, ਤੇ ਸਾਡਾ ਗੁਰੂ ਤਾਂ ਸਮਰੱਥ ਹੈ, ਤੇ ਸਮਰੱਥ ਗੁਰੂ ਨੂੰ ਇੱਕ ਬੰਦਾ ਹੀ ਖਤਮ ਕਰ ਦੇਵੇ। ਤੇ ਜਦੋਂ ਸੰਗਤਾਂ ਡਾਵਾਂ ਡੋਲ ਹੋ ਗਈਆਂ, ਵੀ ਹੈ ਵੀ ਗੱਲ ਸੱਚੀ ਸੀ ਵੀ ਜੇ ਗੁਰੂ ਨੂੰ ਕੋਈ ਖਤਮ ਕਰਦਾ ਤਾਂ ਸਿੱਖ ਦਾ ਕੀ ਬਣੂਗਾ? ਫਿਰ ਸਿੱਖ ਨੂੰ ਕੌਣ ਬਚਾਵੇਗਾ? ਸਿੱਖ ਨੂੰ ਤੱਤੀਆਂ ਤਵੀਆਂ ਤੋਂ ਕੌਣ ਬਚਾਵੇਗਾ? ਸਿੱਖ ਨੂੰ ਭਿਆਨਕ ਅਗਨੀਆਂ ਤੋਂ ਕੌਣ ਬਚਾਏਗਾ? ਜੇ ਗੁਰੂ ਨੂੰ ਸਾੜ ਦਿੱਤਾ ਗਿਆ ਤੱਤੀ ਤਵੀ ਤੇ, ਤਾਂ ਜਿਸਮ, ਜੇ ਗੁਰੂ ਦਾ ਜਿਸਮ ਸਾੜ ਦਿੱਤਾ ਗਿਆ। ਉਹ ਜਦੋਂ ਫਿਰ ਸੰਗਤਾਂ ਉਦਾਸ ਹੋ ਗਈਆਂ, ਡਾਵਾਂ ਡੋਲ ਹੋ ਗਈਆਂ, ਸ਼ਰਧਾ ਗੁਰੂ ਤੋਂ ਖਤਮ ਹੋ ਗਈ, ਕਿਉਂਕਿ ਬਹੁਤੇ ਲੋਕ ਫਿਰ ਸਿੱਖ ਧਰਮ ਨੂੰ ਛੱਡ ਗਏ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਨਾ, ਤੇ 6ਵੇਂ ਪਾਤਸ਼ਾਹ ਨੇ ਮਰਜ਼ਾਦਾ ਬਦਲ ਦਿੱਤੀ ਕਿ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਲਾਇਆ, ਧਰਮਸਾਲ ਕਰ ਬਹੀ ਦਾ। 5ਵੇਂ ਗੁਰੂ ਤੱਕ ਜਿੰਨੇ ਗੁਰੂ ਸਾਹਿਬ ਹੋਏ ਨੇ ਧਰਮਸਾਲਾ ਵਿੱਚ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ। ਮੰਜੀ ਬਹਿ ਸੰਤੋਖ ਦਾ, ਤੇ 6ਵੇਂ ਪਾਤਸ਼ਾਹ ਨੇ ਮੰਜੀਆਂ ਮੁੰਜੀਆਂ ਛੱਡ ਕੇ ਤੇ ਤਖਤ ਬਣਾ ਲਿਆ। ਹਾਲਾਂਕਿ ਭਾਈ ਗੁਰਦਾਸ ਨੇ ਕੋਈ ਜ਼ਿਕਰ ਕੀਤਾ ਨਹੀਂਗਾ ਤਖਤ ਦਾ ਵੀ 6ਵੇਂ ਪਾਤਸ਼ਾਹ ਨੇ ਕੋਈ ਤਖਤ ਬਣਾਇਆ। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ। ਹੁਣ ਗੁਰੂ ਦਾ ਕੰਮ ਸੀ ਧਰਮਸ਼ਾਲਾ 'ਚ ਬੈਠੋ, ਸੰਗਤਾਂ ਨੂੰ ਉਪਦੇਸ਼ ਦਿਓ, ਤੇ 6ਵੇਂ ਪਾਤਸ਼ਾਹ ਨੇ ਕੁੱਤੇ ਰੱਖ ਲਏ।
भी शिकार खेडना पाई। पातशाह घर आमदे गढ़ चढ़िया पातशाह चढ़ाया। ਵੱਡੇ ਵੱਡੇ ਬਾਦਸ਼ਾਹ ਅਕਬਰ ਵਰਗੇ ਇਸ ਘਰ ਨੂੰ ਮੱਥਾ ਟੇਕਣ ਆਉਂਦੇ ਰਹੇ ਤੇ ਬਾਦਸ਼ਾਹ ਚੜ੍ਹਿਆ ਪਾਤਸ਼ਾਹ ਚੜ੍ਹਿਆ। ਹੁਣ ਉਹੀ ਬਾਦਸ਼ਾਹ ਰਾਜੇ ਡਾਂਗਾਂ ਤੇ ਬੰਦੂਕਾਂ ਲੈ ਕੇ ਇਸ ਘਰ ਨੂੰ ਘਰ ਵਾਸਤੇ ਆ ਰਹੇ ਨੇ। ਬਦਲ ਗਈ ਨਾ ਮਰਜ਼ਾਦਾ। ਬਾਣੀ ਸੁਣ ਕਥ ਗਾਮ ਦੇ ਪੜ੍ਹੇ न ਸੁਣੇ न ਗਾਵ ਸੁਣਾਇਆ। ਪੰਜਵੇਂ ਪਾਤਸ਼ਾਹ ਤੱਕ ਬਾਣੀ ਲਿਖੀ ਗਈ, ਬਾਣੀ ਪੜ੍ਹੀ ਗਈ, ਬਾਣੀ ਸੁਣੀ ਗਈ। ਪੰਜਵੇਂ ਪਾਤਸ਼ਾਹ ਤੱਕ ਬਾਣੀ ਲਿਖੀ। ਛੇਵੇਂ ਪਾਤਸ਼ਾਹ ਨੇ ਬਾਣੀ ਲਿਖਣੀ ਬੰਦ ਕਰ ਦਿੱਤੀ। ਕਹਿਣ ਲੱਗੇ ਬਾਜ ਲਿਆਓ, ਕੁੱਤੇ ਲਿਆਓ, ਘੋੜੇ ਲਿਆਓ, ਸ਼ਿਕਾਰ ਕਰੀਏ। ਉਹ ਕਹਾਣੀ ਉਲਟ ਪੁਲਟ ਹੋ ਗਈ। ਹੁਣ ਇਸ ਦੀ ਵੀ ਲੋੜ ਸੀ, ਕੁੱਤੇ ਰੱਖਣ ਦੀ ਵੀ ਲੋੜ ਸੀ। ਚਲੋ ਹੁਣ ਤੇ ਲੋਕੀ ਆ ਸ਼ੌਂਕੀਆ ਤੌਰ ਤੇ ਕੁੱਤੇ ਰੱਖਣ ਲੱਗ ਪਏ ਘਰਾਂ 'ਚ। ਇਹ ਕੁੱਤਾ ਜੰਗਲੀ ਜਾਨਵਰ ਵਾ, ਇਹ ਮਨੁੱਖ ਇਹਦੇ ਨਾਲ ਮੋਹ ਪਾ ਬੈਠਾ ਹੈ। ਖੈਰ ਧਰਮਸਾਲ ਕਰ ਬਈ ਦਾਇਕ ਤਥਾ ਨਾ ਟਿਕੇ ਟਿਕਾਇਆ। ਬਾਦਸ਼ਾਹ ਕਰ ਆਮਦੇ ਪਾਤਸ਼ਾਹ ਕਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ। ਬਾਣੀ ਸੁਣ ਗਣ ਗਾਮ ਦੇ ਕਥੇ ਨਾ ਸੁਣੇ ਨਾ ਗਾਵ ਸੁਣਾਇਆ। ਤੇ ਜਦੋਂ ਹੁਣ ਰਬਾਬ ਦੇ ਥਾਂ ਤੇ ਨਗਾਰਾ ਵੱਜ ਗਿਆ, ਧਰਮਸਾਂ ਦੇ ਥਾਂ ਤੇ ਹੁਣ ਕੁੱਤੇ ਰੱਖ ਕੇ ਬਾਹਰ ਨੂੰ ਸ਼ਿਕਾਰ ਖੇਡਣ ਤੁਰ ਗਏ ਤੇ ਡਾਵਾਂ ਡੋਲ ਹੋ ਗਈ ਸੰਗਤ ਵੀ। ਇਹ ਕਿ ਕਹਾਣੀ ਤੇ ਉਲਟ ਪੁਲਟ ਹੋ ਗਈ ਆ। ਧਰਮ ਕੋਈ ਲੜਨ ਦਾ ਮਾਰਗ ਨਹੀਂ ਹੈ। ਮੈਂ ਤੇ ਅੱਗੇ ਉਸ ਦਿਨ ਕਿਹਾ ਸੀ ਵੀ ਧਰਮੀ ਬੰਦੇ ਨਹੀਂ ਲੜਦੇ। ਜਿਨ੍ਹਾਂ ਦੇ ਕੋਲ ਅਖੌਤੀ ਧਰਮ ਹੋਵੇ, ਜਿਨ੍ਹਾਂ ਦਾ ਧਰਮ ਡੰਡਿਆਂ ਝੰਡਿਆਂ ਕੱਪੜਿਆਂ ਪੱਗਾਂ ਇੱਥੇ ਰੁਕਿਆ ਹੋਇਆ ਨਾ ਸਾਡਾ ਧਰਮ, ਤੇ ਫਿਰ ਸਾਨੂੰ ਲੜਨਾ ਪੈਣਾ ਮਰਨਾ ਪੈਣਾ ਵਾ। ਤੇ ਜਦੋਂ ਧਰਮ ਸਾਡੇ ਤੁਰ ਅੰਦਰ ਤੁਰ ਗਿਆ, ਧਰਮ ਤੁਜਾ ਫੇਰੰਤ ਸਦਾ ਅਗ ਨੇਜਾ ਨਾਮ ਨਿਸ਼ਾਨ। ਜਦੋਂ ਸਾਡਾ ਧਰਮ ਇੱਥੇ ਚਲ ਗਿਆ, ਜਦੋਂ ਸਾਡਾ ਧਰਮ ਉਹ ਗੁਰੂ ਅਰਜਨ ਦੇਵ ਜੀ ਵਾਲਾ ਧਰਮ ਹੋ ਗਿਆ। ਗਰੀਬੀ ਗਦਾ, ਗਦਾ ਮੈਨੇ ਗੁਰਜ, ਉਹ ਹਨੂਮਾਨ ਗੁਰਜ ਨਹੀਂ ਰੱਖਦਾ ਹੁੰਦਾ। ਇਹ ਪੁਰਾਣੇ ਸਮੇਂ ਦਾ ਇੱਕ ਸ਼ਾਸਤਰ ਹੈ। ਤੇ ਮਹਾਰਾਜ ਕਹਿੰਦੇ ਸਾਡੇ ਕੋ ਗੁਰਜ ਵਾ। ਕਿਹੜਾ ਗੁਰਜ ਰੱਖਿਆ? ਗਰੀਬੀ ਗਦਾ ਹਮਾਰੀ, ਨਿਮਰਤਾ ਧਾਰਨ ਕਰਨੀ ਸਾਡੇ ਕੋਲ ਗੁਰਜ ਵਾ। ਖੰਨਾ ਰੇਨ ਸਗਲ ਸ਼ਾਰੀ, ਤੇ ਸਾਰਿਆਂ ਦੀ ਚਰਨ ਧੂੜ ਹੋ ਜਾਣਾ। ਇਹ ਸਾਡੇ ਕੋ ਖੰਡਾ ਵਾ। ਧਰਮ ਇੱਥੇ ਸੀ ਸਾਡਾ। ਜਦੋਂ ਸਾਡਾ ਧਰਮ ਇੱਥੇ ਰਿਹਾ, ਇਹ ਧਰਮ ਅੱਗੇ ਤੱਕ ਤੁਰਦਾ ਗਿਆ। ਤੇ ਜਿੱਦਣ ਬਾਹਰੀ ਡੰਡਿਆਂ ਝੰਡਿਆਂ 'ਚ ਸਾਡਾ ਧਰਮ ਚਲ ਗਿਆ, ਇਹ ਧਰਮ ਉੱਥੋਂ ਮੁੜ ਗਿਆ ਫਿਰ ਪਿੱਛੇ। ਭਾਈ ਗੁਰਦਾਸ ਨੇ ਲਿਖਿਆ, ਮੇਰੇ ਤੇ ਸ਼ੱਕ ਨਾ ਕਰਿਓ ਜੀ। ਇਹਨਾਂ ਆਖਣਾ ਹੁਣ ਸਿੱਖ ਧਰਮ ਤੇ ਹੀ ਸ਼ੱਕ ਕਰਨ ਲੱਗ ਪਿਆ ਬੰਦਾ ਹੈ। ਨਹੀਂ, ਭਾਈ ਗੁਰਦਾਸ ਨੇ ਲਿਖਿਆ ਹੈ ਵੀ ਜਿੰਨਾ ਚਿਰ ਧਰਮਸ਼ਾਲਾ 'ਚ ਬੈਠ ਕੇ ਗੁਰੂ ਉਪਦੇਸ਼ ਦਿੰਦਾ ਰਿਹਾ, ਤੇ ਲੋਕੀ ਤਾਂ ਸ਼ਾਂਤੀ ਚਾਹੁੰਦੇ ਨੇ। ਝਗੜਾ ਤਾਂ ਕੋਈ ਚਾਹੁੰਦਾ ਹੀ ਨਹੀਂਗਾ, ਲੜਨਾ ਤਾਂ ਕੋਈ ਚਾਹੁੰਦਾ ਹੀ ਨਹੀਂਗਾ। ਲੜਾਈ ਝਗੜੇ ਤਾਂ ਘਰਾਂ 'ਚ ਹੁੰਦੇ ਨੇ। ਤੇ ਜੇ ਧਰਮਸ਼ਾਲਾ ਦੇ ਅੰਦਰ ਵੀ, ਜੇ ਗੁਰਦੁਆਰਿਆਂ ਅੰਦਰ ਵੀ ਬੰਦੂਕਾਂ ਰੱਖ ਕੇ ਲੜਨਾ ਹੀ ਝਗੜਨਾ, ਤੇ ਫਿਰ ਗੁਰਦੁਆਰਿਆਂ ਦਾ ਕੀ ਮਤਲਬ ਹੈ? ਇਹ ਲੜਾਈਆਂ ਝਗੜੇ ਤਾਂ ਸਾਡੇ ਘਰਾਂ 'ਚ ਹੀ ਅੱਗੇ ਬੜੇ ਹੋ ਰਹੇ ਨੇ। ਬੰਦੂਕਾਂ ਤੇ ਸਾਡੇ ਘਰਾਂ 'ਚ ਵੀ ਲਾਇਸੈਂਸੀ ਬੰਦੂਕਾਂ ਬਥੇਰੀਆਂ ਪਈਆਂ ਹੋਈਆਂ ਨੇ। ਬਥੇਰੇ ਡੰਡੇ ਪਏ ਹੋਏ ਨੇ ਸਾਡੇ ਘਰਾਂ 'ਚ ਲੜਨ ਵਾਸਤੇ। ਤੇ ਜੇ ਗੁਰਦੁਆਰੇ ਅੰਦਰ ਮੋਰਚੇ ਬਣਾ ਕੇ ਲੜਨਾ ਝਗੜਨਾ ਹੀ ਹੈ, ਫਿਰ ਗੁਰਦੁਆਰਿਆਂ ਦੀ ਕੀ ਲੋੜ ਪੈ ਗਈ ਸੀ? ਨਾ। ਗਰੀਬੀ ਗਦਾ ਹਮਾਰੀ, ਖੰਨਾ ਰੇਨ ਸਗਲੇ ਸਾਰੀ, ਤਿਸ ਅੱਗੇ ਕੋ ਨਾ ਟਿਕੇ ਬਕਾਰੀ। ਮੈਂ ਕਹਿ ਰਿਹਾ ਸੀ ਜਦੋਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਗਿਆ ਤੇ ਛੇਵੇਂ ਪਾਤਸ਼ਾਹ ਨੇ ਮਰਜ਼ਾਦਾ ਬਦਲ ਦਿੱਤੀ ਤੇ ਸੰਗਤਾਂ ਡਾਵਾਂ ਡੋਲ ਹੋ ਗਈਆਂ, ਤੇ ਫਿਰ ਧਰਮ ਸਾਡਾ ਉਸ ਤੋਂ ਅੱਗੇ ਵੱਧ ਨਹੀਂ ਸਕਿਆ। ਨਹੀਂ ਤੇ ਗੁਰੂ ਨਾਨਕ ਸਾਹਿਬ ਮੱਕੇ ਤੱਕ ਝੰਡਾ ਆਪਣਾ ਗੱਡ ਰਾਏ ਸੀ। ਹਰਿਦੁਆਰ ਬਾਬੇ ਨਾਨਕ ਦਾ ਡੰਕਾ ਵੱਜ ਗਿਆ। ਮੱਕਾ ਮਦੀਨਾ ਸਭ ਨਵਾਏ ਕੇ, ਮੱਕੇ ਮਦੀਨੇ ਤੱਕ ਬਾਬੇ ਨੇ ਝੁਕਾ ਦਿੱਤਾ ਲੋਕਾਂ ਨੂੰ। ਬਾਬੇ ਡਿੱਠੀ ਪ੍ਰਥਵੀ ਨਵੇਂ ਖੰਡ ਜਿੱਥੋਂ ਫਿਰ ਆਈ, ਜਾਂ ਚੜਿਆ ਸਮੇਰ ਪਰ ਸਿੱਧ ਦ੍ਰਿਸ਼ਟੀ ਮੰਡਲੀ ਦ੍ਰਿਸ਼ਟੀ ਆਈ। ਬਾਬੇ ਨੇ ਸਮੇਰ ਪਰਬਤ ਦੇ ਉੱਤੇ ਜਾ ਕੇ ਜੋਗੀਆਂ ਨੂੰ ਵੀ ਨਵਾ ਦਿੱਤਾ।
ਤੇ ਜਦੋਂ ਬਾਬਾ ਜੀ ਯੂਪੀ ਗੋਰਖਮਤੇ ਆਉਂਦੇ ਨੇ, ਉੱਥੇ ਵੀ ਵੱਡਿਆਂ ਵੱਡਿਆਂ ਸਿੱਧਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਕਮਾਈਆਂ ਤੇ ਅਸੀਂ ਵੀ ਬੜੀਆਂ ਕੀਤੀਆਂ, ਅਸੀਂ ਬੜੇ ਬੜੇ ਤਿਆਗੀ ਹਾਂ, ਬੜੀਆਂ ਬੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਾਡੇ ਕੋਲ ਨੇ, ਪਰ ਧਨ ਨਾਨਕ ਤੇਰੀ ਵੱਡੀ ਕਮਾਈ। ਕੋਈ ਡਾਕਟਰ ਕਿਸੇ ਨੂੰ ਪਛਾਣ ਸਕਦਾ ਵੀ ਕਿੰਨੀ ਕੁ ਔਕਾਤ ਦਾ ਮਾਲਕ ਹੈ। ਕੋਈ ਦਰਜੀ ਨੂੰ ਜਾਣ ਸਕਦਾ ਹੈ, ਤੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਸਵੇਰੇ ਉੱਠ ਕੇ ਮੂੰਹ ਵੀ ਨਹੀਂ ਧੋਂਦੇ ਤੇ ਕਹਿੰਦੇ ਫਲਾਨਾ ਬਾਬਾ ਬ੍ਰਹਮ ਗਿਆਨੀ ਸੀ। ਤੂੰ ਆਪਣਾ ਮੂੰਹ ਧੋ ਲਿਆ ਕਰੋ, ਇੰਨੀ ਵੱਡੀ ਗੱਲ ਆ। ਤੁਹਾਂ ਬ੍ਰਹਮ ਗਿਆਨੀ ਕੋਲ ਤੁਹਾਂ ਕੀ ਲੈਣਾ? ਮੂੰਹ ਉੱਠ ਕੇ ਕਦੀ ਧੋਤਾ ਨਹੀਂ ਸਵੇਰੇ, ਫਲਾਨਾ ਬਾਬਾ ਹੈ ਬ੍ਰਹਮ ਗਿਆਨੀ ਸੀ। ਤੇਰੇ ਕੋਲ ਕੀ ਥਰਮਾਮੀਟਰ ਆ ਭਾਈ ਬ੍ਰਹਮ ਗਿਆਨੀ ਕਿਸ ਨੂੰ ਮਾਪਣ ਦਾ? ਨਹੀਂ ਨਹੀਂ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਸੰਤ ਨੂੰ ਸੰਤ ਪਛਾਣ ਸਕਦਾ, ਤੇ ਸਿੱਧਾਂ ਨੇ ਗੁਰੂ ਨਾਨਕ ਨੂੰ ਪਛਾਣਿਆ ਤੇ ਆਖਿਆ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਤੇ ਜੇ ਇਸ ਤਰ੍ਹਾਂ ਹੀ ਇਹ ਧਰਮ ਅੱਗੇ ਤੁਰਦਾ ਜਾਂਦਾ ਜਿੱਦਾਂ ਤੋਰਿਆ ਸੀ ਬਾਬਾ ਜੀ ਨਾਨਕ ਨੇ, ਤੇ ਇਸ ਵੇਲੇ ਦੁਨੀਆ ਤੇ ਪਹਿਲੇ ਨੰਬਰ ਤੇ ਸਾਡਾ ਧਰਮ ਹੋਣਾ ਸੀ। ਤੇ ਜਦੋਂ ਅਸੀਂ ਆ ਗਏ ਡੰਡਿਆਂ ਵਾਲੇ ਪਾਸੇ, ਤੇ ਇਸ ਵੇਲੇ ਸਭ ਤੋਂ ਪਿੱਛੇ ਅਸੀਂ ਖਲੋਤੇ ਹੋਏ ਆ। ਇਹ ਲੜਾਈਆਂ ਝਗੜਿਆਂ ਦੇ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ, ਬਰਬਾਦੀਆਂ ਹੁੰਦੀਆਂ। ਆ ਵੇਖ ਲਿਆ 84 'ਚ ਬਰਬਾਦੀ ਹੋਈ ਹੈ ਕਿ ਕੋਈ ਪ੍ਰਾਪਤੀ ਹੋਈ? ਕੋਈ ਬਰਬਾਦੀ ਹੋਈ ਹੈ ਨਾ। ਲੜਾਈਆਂ ਝਗੜੇ ਭਾਵੇਂ ਟੱਬਰ ਦੇ ਹੋਣ, ਭਾਵੇਂ ਭਰਾਵਾਂ ਦੇ ਹੋਣ, ਭਾਵੇਂ ਪਿੰਡਾਂ ਦੇ ਹੋਣ, ਭਾਵੇਂ ਦੇਸ਼ਾਂ ਦੇ ਹੋਣ, ਲੜਾਈ ਝਗੜਾ ਬਰਬਾਦੀ ਦਾ ਕਾਰਨ ਬਣਦੇ ਨੇ, ਹੋਰ ਕੱਖ ਵੀ ਨਹੀਂ। ਅਜੇ ਤੱਕ ਕਿਸੇ ਲੜਾਈ ਵਿੱਚੋਂ ਕੁਛ ਨਹੀਂ ਨਿਕਲਿਆ ਬਰਬਾਦੀ ਤੋਂ ਬਿਨਾਂ। ਨਹੀਂ। ਉਹ ਫਿਰ ਭਾਈ ਗੁਰਦਾਸ ਜੀ ਨੇ ਜਦੋਂ ਸੰਗਤਾਂ ਨੂੰ ਉਦਾਸ ਵੇਖਿਆ ਵੀ ਗੁਰੂ ਨੂੰ ਕੋਈ ਖਤਮ ਕਰ ਦੇਵੇ, ਤੇ 6ਵੇਂ ਪਾਤਸ਼ਾਹ ਮਰਜ਼ਾਦਾ ਹੀ ਬਦਲ ਦੇਣ ਧਰਮਸ਼ਾਲਾ ਦੀ, ਤੇ ਫਿਰ ਭਾਈ ਗੁਰਦਾਸ ਨੇ ਆਖਿਆ ਨਾ ਲੋਕੋ ਉਦਾਸ ਨਾ ਹੋ। ਗੁਰੂ ਦਾ ਜਿਸਮ ਸੜ ਗਿਆ ਤੇ ਇਹਦਾ ਮਤਲਬ ਇਹ ਨਹੀਂ ਗੁਰੂ ਸੜ ਗਿਆ ਹੈ। ਜੇ ਗੁਰੂ ਅਰਜਨ ਦੇਵ ਨੂੰ ਦਰਿਆ ਵਿੱਚ ਰੋੜ ਦਿੱਤਾ ਤੇ ਇਸ ਦਾ ਇਹ ਮਤਲਬ ਨਹੀਂ ਕਿ ਸਾਡਾ ਗੁਰੂ ਰੁੜ ਗਿਆ ਹੈ। ਤੇ ਉਹਨਾਂ ਨੇ ਫਿਰ ਇੱਕ ਪੌੜੀ ਲਿਖੀ ਹੈ, ਉਹ ਕਹਿੰਦੇ ਰਹਿੰਦੇ ਗੁਰ ਦਰਿਆਓ ਵਿੱਚ। ਉਹ ਗੁਰੂ ਤੇ ਪ੍ਰਮਾਤਮਾ ਦਾ ਰੂਪ ਸੀ ਤੇ ਉਹਦੇ ਵਿੱਚ ਲੀਨ ਪਹਿਲਾਂ ਹੀ ਹੋ ਚੁੱਕੇ ਸਾਰੇ, ਤੇ ਸਰੀਰ ਤੁਰਿਆ ਫਿਰਦਾ ਸੀ। ਇਹ ਜਿਸਮ ਖਤਮ ਹੋਇਆ ਹੈ, ਗੁਰੂ ਅਰਜਨ ਦੇਵ ਨਹੀਂ ਖਤਮ ਹੋਏ, ਉਹ ਤਾਂ ਪ੍ਰਮਾਤਮਾ ਚ ਲੀਨ ਹੋ ਚੁੱਕੇ ਸਨ। ਤੇ ਮੀਨ ਕਲੀਨ ਹੇਤ ਨਿਰਬਾਣੀ। ਗੁਰੂ ਮੱਛੀ ਦੀ ਨਮਿੰਦ ਹੈ। ਜਿੱਦਾਂ ਮੱਛੀ ਪਾਣੀ ਤੋਂ ਬਾਹਰ ਨਹੀਂ ਨਾ, ਤੇ ਗੁਰੂ ਪਰਮਾਤਮਾ ਤੋਂ ਬਾਹਰ ਨਹੀਂ ਹੈ। ਜਿੱਦਾਂ ਕਹਿੰਦੇ ਪਾਣੀਆਂ ਬਿਨ ਮੀਨ ਤਲਫੇ, ਐਸੇ ਰਾਮ ਨਾਮ ਬਿਨ ਵਾਪਰੋ ਨਾਮਾ। ਭਗਤ ਨਾਮਦੇਵ ਜੀ ਕਹਿੰਦੇ ਪਰਮਾਤਮਾ ਇੱਕ ਪਾਣੀ ਦੀ ਨਮਿੰਦ ਵਾ ਤੇ ਮੈਂ ਮੱਛੀ ਦੀ ਨਮਿੰਦ ਵਾਂ। ਤੇ ਜਦ ਕਦੀ ਮੈਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਤੇ ਮੈਂ ਮੱਛੀ ਵਾਂਗੂ ਤੜਫਦਾ ਹੈ। ਸੰਤ ਕਾ ਦੋਖੀ ਹੋਂ ਬਿਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ। ਹਾਂਜੀ, ਆਦ ਸਰ ਖਾਰਾ ਅਸਗਾਓ। ਖੈਰ ਇੱਧਰ ਨਾ ਜਾਈਏ ਆਪਾਂ। ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਗੁਰੂ ਦਰਿਆ ਮੱਛੀ ਦੀ ਨਮਿੰਦ ਸੀ ਤੇ ਪਰਮਾਤਮਾ ਚ ਲੀਨ ਸੀ, ਤੇ ਸੰਗਤੇ ਤੁਸੀਂ ਘਾਬਰੋ ਨਾ ਵੀ ਗੁਰੂ ਅਰਜਨ ਦੇਵ ਖਤਮ ਹੋ ਗਏ ਨੇ। ਤੇ ਰਹਿੰਦੇ ਗੁਰ ਦਰਿਆ ਵਿੱਚ ਮੀਨ ਕਲੀਨ ਹੇਤ ਨਿਰਬਾਣੀ। ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਜਿਸ ਤਰ੍ਹਾਂ ਪਤੰਗਾ ਲਾਟ ਉੱਤੇ ਆਪਣਾ ਸੜ ਮਰਦਾ ਹੈ ਨਾ, ਤੇ ਇਸੇ ਤਰ੍ਹਾਂ ਕਹਿੰਦੇ ਤੁਸੀਂ ਇਹ ਨਾ ਸਮਝ ਲੈਣਾ ਵੀ ਉਹ ਗੁਰੂ ਅਰਜਨ ਦੇਵ ਖਤਮ ਹੋ ਗਏ ਨੇ। ਜੋਤੀ ਅੰਦਰ ਜੋਤ ਸਮਾਣੀ। ਉਹ ਪਰਮਾਤਮਾ 'ਚ ਜੀਂਦਿਆਂ ਜੀ ਅਭੇਦ ਸਨ, ਤੇ ਸਰੀਰ ਛੱਡਣ ਤੋਂ ਬਾਅਦ ਫਿਰ ਪਰਮਾਤਮਾ ਦੇ ਰੂਪ ਵਿੱਚ ਲੀਨ ਹੋ ਗਏ ਨੇ। ਤੇ ਘਾਬਰਨ ਦੀ ਕੀ ਲੋੜ ਪੈ ਗਈ ਆ? ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਿਆਣੀ। ਕਹਿਣ ਲੱਗੇ ਜਿਸ ਤਰ੍ਹਾਂ ਸ਼ਬਦ ਨੂੰ ਸੁਣ ਕੇ ਮਿਰਗ ਜਿਹੜਾ ਆਪਣੇ ਆਪ ਨੂੰ ਫਸਾ ਦਿੰਦਾ ਹੈ ਨਾ, ਫਸ ਜਾਂਦਾ ਹੈ, ਤੇ ਸ਼ਿਕਾਰੀ ਉਹਨੂੰ ਫੜ ਲੈਂਦਾ ਹੈ। ਸ਼ਬਦ ਸੁਰਤ ਲਿਵ ਮਿਰਗ ਜਿਉ
ਤੇ ਗੁਰੂ ਅਰਜਨ ਦੇਵ ਦੀ ਸੁਰਤੀ ਸ਼ਬਦ ਦੇ ਨਾਲ ਇਸ ਤਰ੍ਹਾਂ ਲੀਨ ਸੀ, ਜਿਸ ਤਰ੍ਹਾਂ ਮਿਰਗ ਲੀਨ ਹੋ ਜਾਂਦਾ ਨਾ ਘੰਡੇ ਹੇੜੇ ਦੇ ਨਾਦ ਸੁਣ ਕੇ, ਤੇ ਸ਼ਿਕਾਰੀ ਉਹਨੂੰ ਫੜ ਲੈਂਦਾ, ਆਪੇ ਦੀ ਸੁੱਧ ਨਹੀਂ ਰਹਿੰਦੀ। ਹਿਰਨ ਨੂੰ ਹੰਡੇ ਘੇੜੇ ਦੀ ਆਵਾਜ਼ ਸੁਣਦੇ ਆਪਣੀ ਸੁੱਧ ਬੁੱਧ ਨਹੀਂ ਰਹਿੰਦੀ, ਤੇ ਗੁਰੂ ਅਰਜਨ ਦੇਵ ਪ੍ਰਮਾਤਮਾ ਦਾ ਬਾਣੀ ਸੁਣ ਸੁਣ ਕੇ ਉਹਨਾਂ ਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ, ਉਹਨਾਂ ਦੀ ਸੁਰਤੀ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨ ਆਣੀ। ਏਡੀ ਵੱਡੀ ਭੀੜ ਪੈ ਗਈ, ਜਿਸ ਤੱਤੀ ਤਵੀ ਤੇ ਉਂਗਲ ਲੱਗ ਜੇ ਤੇ ਬੰਦਾ ਤੜਫਣ ਲੱਗ ਪੈਂਦਾ, ਤੇ ਗੁਰੂ ਅਰਜਨ ਦੇਵ ਅਡੋਲ ਬੈਠੇ ਹੋਏ ਨੇ, ਭੀੜ ਵਾ। ਇਹਦੀ ਗਰਮ ਤੱਤੀ ਰੇਤਾ ਗੁਰੂ ਅਰਜਨ ਦੇਵ ਦੇ ਜਿਸਮ ਉੱਤੇ ਪਾਈ ਜਾ ਰਹੀ, ਕਿੱਡੀ ਵੱਡੀ ਭੀੜ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਸੰਗਤੇ ਤੁਸੀਂ ਉਦਾਸ ਨਾ ਹੋਇਓ, ਜੋ ਘਾਬਰਿਓ ਨਾ ਜੇ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨ ਆਣੀ। ਏਡੀ ਵਿਪਤਾ ਦੇ ਹੁੰਦਿਆਂ ਹੋਇਆਂ ਗੁਰੂ ਅਰਜਨ ਦੇਵ ਦੀ ਪਰਮਾਤਮਾ ਨਾਲੋਂ ਸੁਰਤੀ ਨਹੀਂ ਟੁੱਟੀ, ਪਰਮਾਤਮਾ ਨਾਲੋਂ ਧਿਆਨ ਨਹੀਂ ਟੁੱਟਿਆ। ਤੇ ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਆਣੀ। ਜਿਸ ਤਰ੍ਹਾਂ ਇੱਕ ਭੰਵਰਾ ਫੁੱਲ ਵਿੱਚ ਆਪਣੇ ਆਪ ਨੂੰ ਖਤਮ ਕਰ ਦਿੰਦਾ ਹੈ, ਤੇ ਗੁਰੂ ਅਰਜਨ ਦੇਵ ਨੇ ਆਪਣੇ ਆਪ ਨੂੰ ਸੱਚ ਤੋਂ ਕੁਰਬਾਨ ਕੀਤਾ ਹੋਇਆ ਹੈ। ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਆਣੀ। ਤੇ ਜਿੱਦਣ ਚੰਦੂ ਨੇ ਪਹਿਲੇ ਦਿਨ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਨੂੰ ਛੱਡ ਦਿੱਤਾ, ਅਗਲੇ ਦਿਨ ਫੇਰ ਤਸੀਹੇ ਦੇਣੇ ਸੀ, ਤੇ ਗੁਰੂ ਭਾਈ ਗੁਰਦਾਸ ਜੀ ਕਹਿੰਦੇ ਉਹ ਰਾਤ ਜਿੱਦਣ ਗੁਰੂ ਅਰਜਨ ਦੇਵ ਨੂੰ ਤਸੀਹੇ ਦਿੱਤੇ ਗਏ, ਤੇ ਰਾਤ ਨੂੰ ਗੁਰੂ ਅਰਜਨ ਦੇਵ ਦੀ ਜਿਹੜੀ ਰਾਤਰੀ ਬੜੀ ਸੁੱਖ ਦੇ ਨਾਲ ਬਤੀਤ ਹੋਈ ਹੈ। ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਕਿਉਂ? ਗੁਰ ਉਪਦੇਸ਼ ਨਾ ਬਿਸਰੈ ਬਾਬੀ ਹੈ ਜੋ ਆਖ ਵਖਾਣੀ। ਉਹਨਾਂ ਨੂੰ ਆਪਣੇ ਗੁਰੂ ਦਾ, ਗੁਰੂ ਰਾਮਦਾਸ ਦਾ ਜਿਹੜਾ ਨਾਮ ਜਪਣ ਵਾਲਾ ਉਪਦੇਸ਼ ਨਹੀਂ ਭੁੱਲਾ। ਉਹ ਰਾਤ ਵੀ ਪਰਮਾਤਮਾ ਦੇ ਨਾਲ ਜੁੜੇ ਰਹੇ, ਉਸ ਰਾਤ ਵੀ ਜੁੜੇ ਰਹੇ ਜਿਸ ਦਿਨ ਰਾਤ ਤਸੀਹੇ ਦੇ ਕੇ ਛੱਡ ਦਿੱਤਾ ਸੀ, ਅਗਲੇ ਦਿਨ ਫੇਰ ਤਸੀਹੇ ਦੇਣੇ ਸੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਰੀ ਚਿਤ ਅਵਰ ਨ ਆਣੀ। ਗੁਰ ਉਪਦੇਸ਼ ਨਾ ਬਿਸਰੇ ਬਾਬੀ ਹੈ। ਜਿਸ ਤਰ੍ਹਾਂ ਬਬੀਹਾ ਸਾਰੀ ਰਾਤ ਪ੍ਰਯੂ ਪ੍ਰਯੂ ਕਰੇ, ਜਲ ਨਿਧ ਪ੍ਰੇਮ ਪਿਆਰ, ਤੇ ਉਹ ਰਾਤ ਵੀ ਗੁਰੂ ਅਰਜਨ ਦੇਵ ਸਮਾਧੀ 'ਚ ਬੈਠੇ ਰਹੇ ਨੇ। ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਗਿਲਾ, ਕੋਈ ਸ਼ਿਕਵਾ ਨਹੀਂ। ਅਲਾਹ ਨੂੰ ਮੈਂ ਕਾਹੂ ਨਾ ਕੀਓ, ਮਨ ਮੀਠ ਤੁਮਾਰੋ ਕੀਓ। ਕੋਈ ਗਿਲਵਾ ਸ਼ਿਕਵਾ, ਕੋਈ ਕੱਖ ਨਹੀਂ। ਕਿਉਂ ਕਿ ਬਾਬੀ ਹੈ ਜੋ ਆਖ ਗੁਰ ਉਪਦੇਸ਼ ਨਾ ਬਿਸਰੇ ਬਾਬੀ ਹੈ ਜੋ ਆਖ ਵਖਾਣੀ। ਉਸ ਦਿਨ ਵੀ ਸਾਰੀ ਰਾਤ ਗੁਰੂ ਅਰਜਨ ਦੇਵ ਸਮਾਧੀ 'ਚ ਬੈਠੇ ਰਹੇ ਨੇ। ਤੇ ਕਿਉਂ? ਗੁਰਮੁਖ ਸੁਖ ਫਲ ਪਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਕਿਉਂਕਿ ਗੁਰੂ ਅਰਜਨ ਦੇਵ ਜੀ ਸੰਗਤ ਵਿੱਚ ਬਹਿੰਦਿਆਂ ਹੋਇਆਂ, ਜਿਸ ਤਰ੍ਹਾਂ